ਸਤਿ ਸ਼੍ਰੀ ਅਕਾਲ ਦੋਸਤੋ, ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ। ਤੂੰ ਕੀ ਕਿਹਾ ਮਾਂ? ਮੈਂ ਉਸ ਕਾਲੀ ਕੁੜੀ ਨਾਲ ਵਿਆਹ ਕਰਾਂਗਾ। ਉਸ ਨੂੰ ਦੇਖ ਕੇ ਪਿੰਡ ਵਾਲੇ ਕੀ ਕਹਿਣਗੇ? ਮੇਰੇ ਦੋਸਤ ਕੀ ਕਹਿਣਗੇ? ਚੰਗਾ ਹੁੰਦਾ ਜੇ ਤੁਸੀਂ ਮੈਨੂੰ ਜ਼ਹਿਰ ਦੇ ਕੇ ਮਾਰ ਦਿੰਦੇ। ਸਮੀਰ ਰੋਣ ਲੱਗ ਪੈਂਦਾ ਹੈ। ਬੇਟਾ, ਤੈਨੂੰ ਇਹ ਰਿਸ਼ਤਾ ਕਰਨਾ ਹੀ ਪਵੇਗਾ, ਕਿਉਂਕਿ ਤੇਰੇ ਬਾਪ ਨੇ ਜ਼ੁਬਾਨ ਦਿੱਤੀ ਸੀ। ਉਸਨੇ ਮਨੋਹਰ ਨੂੰ ਵਾਅਦਾ ਕੀਤਾ ਸੀ ਤੇ ਮੈਂ ਚਾਹ ਕੇ ਵੀ ਕੁਝ ਨਹੀਂ ਕਰ ਸਕਦੀ। ਸਮੀਰ ਦੀ ਮਾਂ ਪ੍ਰੀਤੋਂ ਰੋਣ ਲੱਗ ਜਾਂਦੀ ਹੈ। ਸਮੀਰ ਦਾ ਵਿਆਹ ਨੇੜਲੇ ਪਿੰਡ ਮਨੋਹਰ ਦੀ ਧੀ ਸੋਨੀਆ ਨਾਲ ਉਸਦੇ ਪਿਤਾ ਦਰਸ਼ਨ ਨੇ ਕੀਤਾ ਸੀ। ਸੋਨੀਆ ਦੀ ਮਾਂ ਦਾ ਬਚਪਨ ਵਿੱਚ ਹੀ ਦੇਹਾਂਤ ਹੋ ਗਿਆ ਸੀ। ਸੋਨੀਆ ਦਾ ਰੰਗ ਕਾਲਾ ਸੀ, ਪਰ ਉਸਦਾ ਮਨ ਸਾਫ਼ ਸੀ ਤੇ ਇਸ ਦੇ ਨਾਲ-ਨਾਲ ਉਹ ਹਰ ਕੰਮ ਵਿੱਚ ਨਿਪੁੰਨ ਸੀ। ਪਿੰਡ ਵਾਲੇ ਸੋਨੀਆ ਦੀ ਤਾਰੀਫ ਕਰਦਿਆਂ ਕਦੇ ਥੱਕਦੇ ਨਹੀਂ ਸੀ, ਪਰ ਸੋਨੀਆ ਦਾ ਕਾਲਾ ਰੰਗ ਉਸ ਲਈ ਸਭ ਤੋਂ ਵੱਡੀ ਸਮੱਸਿਆ ਸੀ। ਪਰ ਸੋਨੀਆ ਨੇ ਕਦੇ ਵੀ ਰੱਬ ਦੇ ਇਸ ਫੈਸਲੇ ਦਾ ਵਿਰੋਧ ਨਹੀਂ ਕੀਤਾ। ਉਹ ਹਮੇਸ਼ਾ ਆਪਣੇ ਪਿਤਾ ਦੇ ਨਾਲ ਰਹਿਣਾ ਤੇ ਉਸਦੀ ਦੇਖਭਾਲ ਕਰਨਾ ਚਾਹੁੰਦੀ ਸੀ। ਪਰ ਇੱਕ ਪਿਤਾ ਦੀ ਚਿੰਤਾ ਉਦੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਉਸਦੇ ਘਰ ਧੀ ਦਾ ਜਨਮ ਹੁੰਦਾ ਹੈ। ਉਹ ਸੋਚਣ ਲੱਗ ਪੈਂਦਾ ਹੈ ਕਿ ਉਸਦੀ ਧੀ ਦਾ ਵਿਆਹ ਕਿਵੇਂ ਤੇ ਕਿੱਥੇ ਹੋਵੇਗਾ। ਸੋਨੀਆ ਦੇ ਘਰ 1.5 ਦਰਜਨ ਦੇ ਕਰੀਬ ਰਿਸ਼ਤੇ ਆਏ, ਪਰ ਕੁਝ ਲੋਕ ਸਾਵਲੇ ਰੰਗ ਕਾਰਨ ਚਲੇ ਜਾਂਦੇ ਸਨ ਤੇ ਕੁਝ ਲੋਕ ਕਾਲੇ ਰੰਗ ਨੂੰ ਦੌਲਤ ਦੇ ਨਾਲ ਤੋਲਣਾ ਚਾਹੁੰਦੇ ਸੀ। ਪਰ ਬਦਕਿਸਮਤੀ ਨਾਲ ਮਨੋਹਰ ਲੋਕਾਂ ਦੀਆਂ ਇਹ ਇੱਛਾਵਾਂ ਪੂਰੀਆਂ ਨਹੀਂ ਕਰ ਸਕਦਾ ਸੀ। ਅੱਜ ਦਾ ਸਮਾਜ ਕਿਹੋ ਜਿਹਾ ਹੈ, ਜੋ ਬਾਹਰੀ ਸੁੰਦਰਤਾ ਤਾਂ ਚਾਹੁੰਦਾ ਹੈ, ਪਰ ਅੰਦਰੂਨੀ ਸੁੰਦਰਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕੁੜੀ ਪੈਸਿਆਂ ਨਾਲ ਅਮੀਰ ਹੋਵੇ, ਪਰ ਗੁਣਾਂ ਨਾਲ ਅਮੀਰ ਕੋਈ ਨਹੀਂ ਚਾਹੁੰਦਾ। ਸਮੀਰ ਦੇ ਪਿਤਾ ਦਰਸ਼ਨ ਤੇ ਸੋਨੀਆ ਦੇ ਪਿਤਾ ਮਨੋਹਰ ਸਕੂਲ ਵਿੱਚ ਇਕੱਠੇ ਪੜ੍ਹਦੇ ਸਨ। ਜਦੋਂ ਦਰਸ਼ਨ ਨੂੰ ਮਨੋਹਰ ਦੀ ਸਮੱਸਿਆ ਦਾ ਅਹਿਸਾਸ ਹੋਇਆ ਤਾਂ ਉਹ ਤੁਰੰਤ ਆਪਣੇ ਦੋਸਤ ਦੀ ਚਿੰਤਾ ਦੂਰ ਕਰਨ ਲਈ ਭੱਜੇ ਆਏ ਤੇ ਆਪਣੇ ਪੁੱਤਰ ਸਮੀਰ ਨੂੰ ਪੁੱਛੇ ਬਿਨਾਂ ਹੀ ਉਸ ਦਾ ਰਿਸ਼ਤਾ ਸੋਨੀਆ ਨਾਲ ਕਰ ਦਿੱਤਾ। ਪਰ ਸਮੀਰ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ। ਉਹ ਨਹੀਂ ਚਾਹੁੰਦਾ ਸੀ ਕਿ ਸੋਨੀਆ ਉਸ ਨਾਲ ਵਿਆਹ ਕਰੇ, ਪਰ ਪਿਤਾ ਜੀ ਦੇ ਦਬਾਅ ਕਾਰਨ ਸਮੀਰ ਨੂੰ ਵਿਆਹ ਕਰਵਾਉਣਾ ਪਿਆ। ਵਿਆਹ ਤੋਂ ਬਾਅਦ ਸੋਨੀਆ ਸਮੀਰ ਦੇ ਘਰ ਆ ਗਈ। ਸਮੀਰ ਨੇ ਆਪਣੇ ਪਿਤਾ ਨਾਲ ਵਿਆਹ ਲਈ ਸ਼ਰਤ ਰੱਖੀ ਸੀ ਕਿ ਉਹ ਕਿਸੇ ਨੂੰ ਵੀ ਵਿਆਹ 'ਚ ਨਹੀਂ ਬੁਲਾਉਣਗੇ, ਸਗੋਂ ਸਾਦੇ ਤਰੀਕੇ ਨਾਲ ਵਿਆਹ ਕਰਨਗੇ। ਦਰਸ਼ਨ ਨੂੰ ਆਪਣੇ ਪੁੱਤਰ ਦੀ ਇਸ ਸ਼ਰਤ ਅੱਗੇ ਹਾਰ ਮੰਨਣੀ ਪਈ ਤੇ ਬਿਨਾਂ ਕਿਸੇ ਰਿਸ਼ਤੇਦਾਰ ਦੇ ਵਿਆਹ ਕਰਨਾ ਪਿਆ। ਸਮੀਰ ਦੀ ਮਾਂ ਪ੍ਰੀਤੋ ਵੇਖਣ ਵਿੱਚ ਤਾਂ ਚੰਗੀ ਸੀ, ਪਰ ਅਸਲ ਵਿੱਚ ਉਹ ਕੁਝ ਹੋਰ ਸੀ। ਜਦੋਂ ਪ੍ਰੀਤੋ ਨੇ ਦੇਖਿਆ ਕਿ ਉਸ ਦਾ ਪਤੀ ਦਰਸ਼ਨ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਹੈ ਤੇ ਬੇਟਾ ਵੀ ਜੈਮਾਲਾ ਸੁੱਟ ਕੇ ਭੱਜ ਗਿਆ ਸੀ, ਤਾਂ ਨੂੰਹ ਦਰਵਾਜ਼ੇ ਤੇ ਇਕੱਲੀ ਖੜੀ ਹੈ, ਤਾਂ ਪ੍ਰੀਤੋ ਨੇ ਗੁੱਸੇ ਨਾਲ ਕਿਹਾ, ਕਲਮੋਹੀ, ਇੱਥੇ ਖੜੀ ਮੇਰਾ ਚਿਹਰਾ ਕਿਉਂ ਦੇਖ ਰਹੀ ਹੈ? ਹੁਣ ਮੈਨੂੰ ਤੇਰੀ ਕਲੂਟੀ ਦੀ ਆਰਤੀ ਕਰਨੀ ਪਵੇਗੀ। ਸੋਨੀਆ ਹੈਰਾਨ ਰਹਿ ਜਾਂਦੀ ਹੈ ਤੇ ਸਾਰੀ ਗੱਲ ਸਮਝ ਜਾਂਦੀ ਹੈ ਕਿ ਸਮੀਰ ਨੇ ਮਾਲਾ ਕਿਉਂ ਸੁੱਟੀ ਤੇ ਉਸਦੀ ਸੱਸ ਨੇ ਉਸਨੂੰ ਗਲਤ ਕਿਉਂ ਕਿਹਾ। ਸੋਨੀਆ ਰੋਣ ਲੱਗਦੀ ਹੈ ਤੇ ਫਿਰ ਪ੍ਰੀਤੋ ਦਾ ਗੁੱਸਾ ਚੌਥੇ ਅਸਮਾਨ ਤੇ ਪਹੁੰਚ ਗਿਆ ਤੇ ਉਹ ਬੜੇ ਜ਼ੋਰ ਨਾਲ ਆਖਦੀ ਹੈ, ਉਹ ਕਲਸ਼ਣੀ, ਕੀ ਤੂੰ ਇੱਥੇ ਖੜ ਕੇ ਆਪਣੇ ਪਿਤਾ ਨੂੰ ਰੋ ਰਹੀ ਹੈ, ਜਿਸ ਨੇ ਦਾਜ ਵਿੱਚ ਇੱਕ ਪੈਸਾ ਵੀ ਨਹੀਂ ਦਿੱਤਾ ਤੇ ਉੱਤੋਂ ਤੈਨੂੰ ਕਾਲੀ ਰਾਤ ਵਰਗੀ ਨੂੰ ਸਾਡੇ ਪੱਲੇ ਬੰਨ੍ਹ ਦਿੱਤਾ। ਸੋਨੀਆ ਰੋਂਦੀ ਹੋਈ ਕਹਿੰਦੀ ਹੈ, ਮਾਂ, ਮੇਰੇ ਪਿਤਾ ਨੂੰ ਕੁਝ ਨਾ ਕਹੋ। ਪ੍ਰੀਤੋ ਵਿੱਚੋਂ ਹੀ ਗੱਲ ਨੂੰ ਕੱਟਦੀ ਹੋਈ ਹੁਣ ਇਹ ਬੇਸ਼ਰਮ ਬੋਲਦੀ ਵੀ ਹੈ, ਸੁਣ ਕਲੂਟੀ, ਤੇਰੀ ਔਕਾਤ ਇਸ ਘਰ ਵਿੱਚ ਨੌਕਰ ਵਰਗੀ ਹੈ ਤੇ ਖਬਰਦਾਰ ਜੇ ਤੁਸੀਂ ਮੈਨੂੰ ਮਾਂ ਕਿਹਾ ਤਾਂ ਉਸ ਦੌਰਾਨ ਦਰਸ਼ਨ ਘਰ ਆ ਜਾਂਦਾ ਹੈ। ਪ੍ਰੀਤੋ ਬਿਲਕੁਲ ਚੁੱਪ ਖੜੀ ਹੋ ਜਾਂਦੀ ਹੈ ਤਾਂ ਦਰਸ਼ਨ ਕਹਿੰਦਾ ਹੈ, ਨੂੰਹ ਅਜੇ ਵੀ ਦਰਵਾਜ਼ੇ ਤੇ ਖੜੀ ਹੈ ਤੇ ਪ੍ਰੀਤੋ ਵੱਲ ਵੇਖਦੇ ਹਨ। ਪ੍ਰੀਤੋ ਇੱਕਦਮ ਬਦਲ ਜਾਂਦੀ ਹੈ ਤੇ ਕਹਿੰਦੀ ਹੈ, ਹਾਂ, ਮੈਂ ਵੀ ਨੂੰਹ ਨੂੰ ਅੰਦਰ ਆਉਣ ਲਈ ਕਹਿ ਰਹੀ ਹਾਂ, ਪਰ ਸ਼ਾਇਦ ਉਸ ਨੂੰ ਅੰਦਰ ਦੀ ਹਵਾ ਪਸੰਦ ਨਹੀਂ ਆ ਰਹੀ ਹੈ, ਇਸੇ ਲਈ ਵਿਚਾਰੀ ਵਿਹੜੇ ਵਿੱਚ ਖੜ ਗਈ ਹੈ। ਕਿਉਂ ਨੂੰਹ, ਕੀ ਮੈਂ ਸਹੀ ਕਹਿ ਰਹੀ ਹਾਂ? ਸੋਨੀਆ ਹਾਂ ਵਿੱਚ ਸਿਰ ਹਿਲਾ ਦਿੰਦੀ ਹੈ। ਪ੍ਰੀਤੋ ਸੋਨੀਆ ਨੂੰ ਅੰਦਰ ਲੈ ਆਉਂਦੀ ਹੈ, ਪਰ ਉਹ ਉਸ ਨੂੰ ਮਨ ਹੀ ਮਨ ਗਾਲਾਂ ਕੱਢ ਰਹੀ ਹੁੰਦੀ ਹੈ। ਦਰਸ਼ਨ ਖਾਣਾ ਖਾ ਕੇ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ। ਰਾਤ ਦੇ 10:30 ਹੋ ਚੁੱਕੇ ਸਨ, ਪਰ ਨਾ ਹੀ ਸਮੀਰ ਦਾ ਕੁਝ ਪਤਾ ਸੀ ਤੇ ਨਾ ਹੀ ਕੋਈ ਉਸ ਨੂੰ ਖਾਣੇ ਲਈ ਪੁੱਛਦਾ ਹੈ। ਸੋਨੀਆ ਭੁੱਖੀ ਪਿਆਸੀ ਪਈ ਸੀ। ਜਦੋਂ ਉਸ ਦੀ ਭੁੱਖ ਅਸਹਿ ਹੋ ਗਈ ਤਾਂ ਉਹ ਹੇਠਾਂ ਆ ਕੇ ਰਸੋਈ ਦੀ ਤਲਾਸ਼ ਕਰਨ ਲੱਗੀ, ਪਰ ਜਦੋਂ ਉਹ ਰਸੋਈ ਦੇ ਨੇੜੇ ਪਹੁੰਚੀ ਤਾਂ ਦੇਖਿਆ ਕਿ ਤਾਲਾ ਲੱਗਿਆ ਹੋਇਆ ਸੀ। ਵਿਚਾਰੀ ਆਪਣੀ ਸੱਸ ਨੂੰ ਵੀ ਕੁਝ ਨਹੀਂ ਕਹਿ ਸਕਦੀ ਸੀ, ਬਸ ਰੱਬ ਅੱਗੇ ਅਰਦਾਸ ਕਰ ਰਹੀ ਸੀ।
ਜਦੋਂ ਉਹ ਨਿਰਾਸ਼ ਹੋ ਕੇ ਕਮਰੇ ਵੱਲ ਜਾਣ ਲੱਗੀ ਤਾਂ ਭਗਵਾਨ ਦੀ ਮੂਰਤੀ ਦੇ ਸਾਹਮਣੇ ਰੱਖੇ ਦੀਵੇ ਨੂੰ ਦੇਖ ਕੇ ਰੁਕ ਗਈ, ਜੋ ਕਿ ਧੀਮੀ ਲਾਟ ਵਿੱਚ ਬਲ ਰਿਹਾ ਸੀ, ਕਿਉਂਕਿ ਦੁਖੀ ਲੋਕਾਂ ਦਾ ਇੱਕੋ ਇੱਕ ਸਹਾਰਾ ਪਰਮਾਤਮਾ ਹੀ ਹੁੰਦਾ ਹੈ। ਉਸ ਦੀਵੇ ਦੀ ਲਾਟ ਤੇ ਉਸ ਦੀਆਂ ਅੱਖਾਂ ਨਾਲ ਅਜਿਹਾ ਤਾਲਮੇਲ ਹੋਇਆ ਕਿ ਥੋੜੇ-ਥੋੜੇ ਹੰਝੂ ਵਹਿਣ ਲੱਗੇ। ਰੱਬ ਜੀ, ਮੈਨੂੰ ਤਾਕਤ ਦੇਵੋ ਤਾਂ ਜੋ ਮੈਂ ਸਭ ਨੂੰ ਖੁਸ਼ ਰੱਖ ਸਕਾਂ। ਹੋਰ ਕੁਝ ਨਾ ਕਹਿ ਸਕੀ ਤੇ ਗਲਾ ਭਰ ਆਇਆ। ਫਿਰ ਅਚਾਨਕ ਉਸਨੇ ਦੇਖਿਆ ਕਿ ਮੰਦਰ ਵਿੱਚ 5-6 ਲੱਡੂ ਚੜਾਏ ਹੋਏ ਸਨ। ਸ਼ਾਇਦ ਵਿਆਹ ਦਾ ਪ੍ਰਸ਼ਾਦ ਸਮਝ ਕੇ ਸੋਨੀਆ ਨੇ 2 ਲੱਡੂ ਚੁੱਕ ਲਏ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਆਪਣੇ ਕਮਰੇ ਵਿੱਚ ਚਲੀ ਗਈ। ਰੋਂਦੇ ਰੋਂਦੇ ਪਤਾ ਹੀ ਨਹੀਂ ਲੱਗਾ ਕਦੋਂ ਨੀਂਦ ਆ ਗਈ। ਜਦੋਂ ਅੱਖ ਖੁੱਲੀ ਤਾਂ ਸਵੇਰ ਹੋ ਚੁੱਕੀ ਸੀ। ਨਹਾ ਕੇ ਉਹ ਹੇਠਾਂ ਆਈ ਤਾਂ ਸਮੀਰ ਵੀ ਹੇਠਾਂ ਬੈਠਾ ਸੀ। ਜਦੋਂ ਦਰਸ਼ਨ ਨੇ ਇਸ਼ਾਰਾ ਕੀਤਾ ਤਾਂ ਨਾ ਚਾਹੁੰਦੇ ਹੋਏ ਵੀ ਪ੍ਰੀਤੋ ਆਈ ਤੇ ਸੋਨੀਆ ਨੂੰ ਕੁਝ ਸਾੜੀਆਂ ਤੇ ਗਹਿਣੇ ਦਿੰਦੀ ਹੋਈ ਬੋਲੀ, ਨਾਸ਼ਤਾ ਕਰਨ ਤੋਂ ਬਾਅਦ ਇਹ ਪਹਿਨ ਕੇ ਹੇਠਾਂ ਆ ਜਾਣਾ। ਅੱਜ ਪਿੰਡ ਵਾਲੇ ਮੂੰਹ ਦਿਖਾਈ ਦੀ ਰਸਮ ਤੇ ਆ ਰਹੇ ਹਨ ਤੇ ਚੰਗੀ ਤਰ੍ਹਾਂ ਮੇਕਅਪ ਕਰ ਲੈਣਾ। ਜੀ ਮਾਂ, ਕਹਿ ਕੇ ਸੋਨੀਆ ਸਮਾਨ ਲੈ ਲੈਂਦੀ ਹੈ ਤੇ ਆਪਣੇ ਕਮਰੇ ਵਿੱਚ ਆ ਜਾਂਦੀ ਹੈ। ਅੱਜ ਸੋਨੀਆ ਥੋੜੀ ਖੁਸ਼ ਹੈ ਕਿਉਂਕਿ ਪਹਿਲੀ ਵਾਰ ਉਸਨੂੰ ਤਿਆਰ ਹੋਣ ਦਾ ਸਮਾਂ ਮਿਲਿਆ ਸੀ। ਨਹੀਂ ਤਾਂ ਵਿਚਾਰੀ ਸਾਰੀ ਉਮਰ ਸਾਦੇ ਕੱਪੜਿਆਂ ਵਿੱਚ ਹੀ ਰਹਿੰਦੀ ਸੀ। ਵਿਹੜੇ ਵਿੱਚ ਔਰਤਾਂ ਦਾ ਆਉਣਾ ਜਾਣਾ ਸ਼ੁਰੂ ਹੋ ਗਿਆ ਸੀ। ਬਹੁਤ ਚਹਿਲ ਪਹਿਲ ਹੋ ਗਈ ਸੀ। ਹਰ ਕੋਈ ਬਸ ਨੂੰਹ ਦੇ ਆਉਣ ਦੀ ਉਡੀਕ ਕਰ ਰਿਹਾ ਸੀ। ਅੱਜ ਦਰਸ਼ਨ ਘਰ ਹੀ ਸੀ, ਨਹੀਂ ਤਾਂ ਪ੍ਰੀਤੋ ਨੇ ਸੋਨੀਆ ਨੂੰ ਕਿੱਥੇ ਤਿਆਰ ਹੋਣ ਦੇਣਾ ਸੀ। ਦਰਸ਼ਨ ਨੇ ਪ੍ਰੀਤੋ ਨੂੰ ਆਪਣੀ ਨੂੰਹ ਲਿਆਉਣ ਦਾ ਇਸ਼ਾਰਾ ਕੀਤਾ। ਪ੍ਰੀਤੋ ਕਮਰੇ ਵਿੱਚ ਚਲੀ ਗਈ, ਪਰ ਸੋਨੀਆ ਨੂੰ ਦੇਖ ਕੇ ਪ੍ਰੀਤੋ ਹੈਰਾਨ ਹੋ ਕੇ ਉਸ ਨੂੰ ਹੇਠਾਂ ਤੋਂ ਉੱਪਰ ਵੱਲ ਦੇਖ ਰਹੀ ਸੀ। ਕੁਝ ਪਲਾਂ ਬਾਅਦ ਪ੍ਰੀਤੋ ਦੇ ਮੂੰਹੋਂ ਆਵਾਜ਼ ਨਿਕਲੀ, ਹਾਏ ਕਰਮਜਲੀ, ਇਹ ਕੀ ਕੀਤਾ ਹੋਇਆ? ਤੈਨੂੰ ਸਹੀ ਢੰਗ ਨਾਲ ਤਿਆਰ ਵੀ ਨਹੀਂ ਹੋਣਾ ਆਉਂਦਾ ਹੈ। ਸੋਨੀਆ ਨੇ ਕਦੇ ਮੇਕਅਪ ਨਹੀਂ ਕੀਤਾ ਸੀ, ਇਸ ਲਈ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਸਨੇ ਟੇਢੀ ਮੇਢੀ ਲਿਪਸਟਿਕ ਲਾਈ ਹੋਈ ਸੀ, ਅੱਖਾਂ ਵਿੱਚ ਬਹੁਤ ਸਾਰਾ ਕਜਲਾ ਪਾਇਆ ਹੋਇਆ ਸੀ ਤੇ ਸਾੜੀ ਵੀ ਤੌਲੀਏ ਵਾਂਗ ਲਪੇਟੀ ਹੋਈ ਸੀ। ਪ੍ਰੀਤੋ ਨੇ ਗੁੱਸੇ ਵਿੱਚ ਆ ਕੇ ਕਿਹਾ, ਉਹ ਬੇਸ਼ਰਮ, ਤੇਰਾ ਚਿਹਰਾ ਤਾਂ ਪਹਿਲਾਂ ਹੀ ਕਾਲਾ ਹੈ ਤੇ ਦੂਜਾ, ਜੇ ਤੂੰ ਇਸ ਰੂਪ ਵਿੱਚ ਬਾਹਰ ਆਈ ਤਾਂ ਤੈਨੂੰ ਘਰੋਂ ਕੱਢਣ ਵਿੱਚ ਮੈਂ ਬਹੁਤਾ ਸਮਾਂ ਨਹੀਂ ਲਵਾਂਗੀ। ਇਸ ਵਾਰ ਸਮੀਰ ਦੇ ਪਿਤਾ ਵੀ ਮੈਨੂੰ ਨਹੀਂ ਰੋਕ ਸਕਣਗੇ। ਪ੍ਰੀਤੋ ਸੋਨੀਆ ਨੂੰ ਝਿੜਕ ਕੇ ਬਾਹਰ ਆ ਗਈ। ਪ੍ਰੀਤੋ ਨੂੰ ਇਕੱਲਾ ਆਉਂਦਾ ਦੇਖ ਕੇ ਦਰਸ਼ਨ ਹੈਰਾਨ ਰਹਿ ਗਿਆ ਕਿ ਸ਼ਾਇਦ ਪ੍ਰੀਤੋ ਨੇ ਫਿਰ ਕੋਈ ਹੋਰ ਲੀਲਾ ਸ਼ੁਰੂ ਕਰ ਦਿੱਤੀ ਹੋਵੇਗੀ। ਪ੍ਰੀਤੋ ਨੇ ਹੱਥ ਜੋੜ ਕੇ ਸਾਰੀਆਂ ਔਰਤਾਂ ਨੂੰ ਕਿਹਾ ਕਿ ਕਿਰਪਾ ਕਰਕੇ ਮੈਨੂੰ ਸਮਝਣ ਦੀ ਕੋਸ਼ਿਸ਼ ਕਰੋ। ਅੱਜ ਸਾਡੀ ਨੂੰਹ ਦੀ ਹਾਲਤ ਠੀਕ ਨਹੀਂ ਹੈ, ਇਸ ਲਈ ਅੱਜ ਮੂੰਹ ਦਿਖਾਈ ਦੀ ਰਸਮ ਨਹੀਂ ਹੋ ਸਕੇਗੀ। ਔਰਤਾਂ ਵਿੱਚ ਕੁਸਰ-ਮੁਸਰ ਹੋਣ ਲੱਗੀ। ਫਿਰ ਪ੍ਰੀਤੋ ਨੇ ਸਾਰਿਆਂ ਤੋਂ ਮੁਆਫੀ ਮੰਗੀ ਤੇ ਔਰਤਾਂ ਵੀ ਆਪਣੇ ਆਪਣੇ ਘਰ ਜਾਣ ਲਈ ਤਿਆਰ ਹੋ ਗਈਆਂ। ਤਾਂ ਦਰਸ਼ਨ ਨੇ ਕਿਹਾ, ਪ੍ਰੀਤੋ, ਸੋਨੀਆ ਦੀ ਤਬੀਅਤ ਠੀਕ ਨਹੀਂ ਹੈ। ਸਵੇਰੇ ਤਾਂ ਉਹ ਠੀਕ ਲੱਗ ਰਹੀ ਸੀ, ਹੁਣ ਉਸ ਨੂੰ ਅਚਾਨਕ ਕੀ ਹੋ ਗਿਆ? ਪ੍ਰੀਤੋ ਨੇ ਕਿਹਾ, ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ ਕਿ ਉਸ ਨੂੰ ਕੀ ਹੋਇਆ ਹੈ। ਫਿਰ ਔਰਤਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਵਿਆਹ ਵੀ ਚੁੱਪ-ਚਪੀਤੇ ਕਰਵਾ ਦਿੱਤਾ ਸੀ, ਕਿਸੇ ਨੂੰ ਸੱਦਾ ਦੇਣਾ ਤਾਂ ਦੂਰ, ਦੱਸਿਆ ਤੱਕ ਨਹੀਂ ਸੀ ਤੇ ਹੁਣ ਨੂੰਹ ਦੀ ਸਿਹਤ ਦਾ ਬਹਾਨਾ ਕਰਕੇ ਉਸ ਨੂੰ ਦੇਖਣ ਵੀ ਨਹੀਂ ਦਿੱਤਾ ਜਾ ਰਿਹਾ। ਪ੍ਰੀਤੋ ਭੈਣ, ਸਭ ਠੀਕ ਤਾਂ ਹੈ ਜਾਂ ਫਿਰ ਕੋਈ ਹੋਰ ਗੱਲ ਹੈ ਜਿਹੜਾ ਤੁਹਾਨੂੰ ਸਮੀਰ ਦਾ ਵਿਆਹ ਇਸ ਤਰ੍ਹਾਂ ਕਰਨਾ ਪਿਆ ਹੈ? ਪ੍ਰੀਤੋ ਨੇ ਕਿਹਾ, ਕੋਈ ਗੱਲ ਨਹੀਂ, ਬਸ ਇਹ ਹੈ ਕਿ ਨੂੰਹ ਦੀ ਤਬੀਅਤ ਖਰਾਬ ਹੈ ਤੇ ਵਿਆਹ ਤੋਂ ਥੱਕ ਗਈ ਸੀ। ਅਸੀਂ ਕਿਸੇ ਹੋਰ ਦਿਨ ਮੂੰਹ ਦਿਖਾਈ ਕਰ ਲਵਾਂਗੇ। ਪਰ ਕੁਝ ਔਰਤਾਂ ਕਿੱਥੇ ਮੰਨਣ ਵਾਲੀਆਂ ਸੀ। ਉਹ ਇੱਕ ਤੋਂ ਇੱਕ ਵੱਧ ਕੇ ਗੱਲਾਂ ਬਣਾਉਣ ਲੱਗ ਪਈਆਂ। ਫਿਰ ਅਚਾਨਕ ਔਰਤਾਂ ਨੇ ਕੰਧ ਤੇ ਤਾਰਿਆਂ ਦੀ ਚਮਕ ਦੇਖੀ। ਜਦੋਂ ਸਾਰਿਆਂ ਨੇ ਉੱਪਰ ਵਾਲੇ ਕਮਰੇ ਵੱਲ ਦੇਖਿਆ ਤਾਂ ਉਹਨਾਂ ਨੂੰ ਸੋਨੀਆ ਨੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸੁੰਦਰ ਗਹਿਣਿਆਂ ਨਾਲ ਲੱਦੀ ਹੋਈ ਦਿਖਾਈ ਦਿੱਤੀ। ਸੋਨੀਆ ਨੇ ਨੀਲੇ ਰੰਗ ਦਾ ਲਹਿੰਗਾ ਪਾਇਆ ਸੀ। ਸਾਰੀਆਂ ਔਰਤਾਂ ਤੇ ਪ੍ਰੀਤੋ ਬਸ ਦੇਖਦੀਆਂ ਹੀ ਰਹੀਆਂ। ਉਦੋਂ ਹੀ ਸੋਨੀਆ ਪੌੜੀਆਂ ਤੋਂ ਹੇਠਾਂ ਆ ਕੇ ਉਹਨਾਂ ਦੇ ਕੋਲ ਬੈਠ ਗਈ। ਉਸਨੇ ਘੁੰਡ ਕੱਢਿਆ ਹੋਇਆ ਸੀ, ਪਰ ਫਿਰ ਵੀ ਉਹ ਦੇਵੀ ਵਰਗੀ ਲੱਗ ਰਹੀ ਸੀ। ਫਿਰ ਪਿੰਡ ਦੀ ਇੱਕ ਔਰਤ ਜੋ ਨੂੰਹਾਂ ਵਿੱਚ ਨੁਕਸ ਕੱਢਣ ਲਈ ਮਸ਼ਹੂਰ ਸੀ, ਉੱਠੀ ਤੇ ਸੋਨੀਆ ਦਾ ਘੁੰਡ ਚੁੱਕ ਦਿੱਤਾ। ਜਦੋਂ ਔਰਤ ਨੇ ਸੋਨੀਆ ਦਾ ਘੁੰਡ ਚੁੱਕਿਆ ਤਾਂ ਉਸਨੇ ਕਿਹਾ, ਪ੍ਰੀਤੋ, ਨੂੰਹ ਤਾਂ ਸੁੰਦਰ ਹੈ ਪਰ ਰੰਗ ਥੋੜਾ ਕਾਲਾ ਹੈ। ਵਾਲ ਵੀ ਸੁੰਦਰ ਹਨ ਪਰ ਪੂਰੀ ਤਰ੍ਹਾਂ ਕਾਲੇ ਨਹੀਂ ਹਨ। ਉਦੋਂ ਹੀ ਪਿੰਡ ਦੀ ਦੂਸਰੀ ਔਰਤ ਨੇ ਕਿਹਾ, ਭੈਣ, ਨੂੰਹ ਤੇਰੀ ਸਮੀਰ ਦੇ ਹਿਸਾਬ ਨਾਲ ਤਾਂ ਠੀਕ ਹੈ, ਨਹੀਂ ਤਾਂ ਕੋਈ ਹੋਰ
ਰੁਕੋ, ਪ੍ਰੀਤੋ ਨੇ ਝੱਟ ਵਿਚਕਾਰੋਂ ਗੱਲਬਾਤ ਕੱਟ ਦਿੱਤੀ। ਤੁਸੀਂ ਸਾਰੀਆਂ ਕੀ ਫਾਲਤੂ ਦੀਆਂ ਗੱਲਾਂ ਵਿੱਚ ਰੁੱਝ ਗਈਆਂ ਹੋ? ਨੂੰਹ ਦਾ ਰਾਣੀ ਹਾਰ ਤਾਂ ਦੇਖੋ, ਜੋ ਸਾਡੇ ਪੁਰਖਿਆਂ ਦਾ ਹਾਰ ਹੈ। ਸਾਰੀਆਂ ਔਰਤਾਂ ਹਾਰ ਵੱਲ ਵੇਖਣ ਲੱਗ ਪਈਆਂ ਤਾਂ ਇੱਕ ਔਰਤ ਨੇ ਕਿਹਾ, ਨੂੰਹ ਵਿਆਹ ਕੇ ਲਿਆਏ ਹੋ ਤੇ ਸਮਾਨ ਕਿਤੇ ਨਜ਼ਰ ਨਹੀਂ ਆਉਂਦਾ ਪਿਆ ਹੈ। ਕੀ ਨੂੰਹ ਸਮਾਨ ਲਿਆਉਣਾ ਭੁੱਲ ਗਈ ਹੈ? ਫਿਰ ਦਰਸ਼ਨ ਆਉਂਦਾ ਹੈ। ਸਾਡੀ ਨੂੰਹ ਸਾਡੇ ਲਈ ਸਭ ਤੋਂ ਵੱਡਾ ਦਾਜ ਹੈ। ਬੇਕਾਰ ਚੀਜ਼ਾਂ ਦਾ ਕੀ ਫਾਇਦਾ? ਵੈਸੇ ਵੀ ਸਾਡੇ ਘਰ ਸਾਰਾ ਕੁਝ ਰੱਬ ਨੇ ਦਿੱਤਾ ਹੋਇਆ ਹੈ। ਦਾਜ ਤਾਂ ਮਰੀ ਜ਼ਮੀਰ ਵਾਲੇ ਲੋਕ ਹੀ ਲੈਂਦੇ ਹਨ, ਜੋ ਆਪ ਤਾਂ ਕੁਝ ਕਮਾਉਂਦੇ ਨਹੀਂ ਤੇ ਦੂਜਿਆਂ ਦੀ ਦੌਲਤ ਤੇ ਨਜ਼ਰ ਰੱਖਦੇ ਹਨ। ਸਾਰੀਆਂ ਔਰਤਾਂ ਵਿੱਚ ਚੁੱਪ ਛਾ ਗਈ। ਸਾਰੀਆਂ ਔਰਤਾਂ ਨੂੰਹ ਨੂੰ ਮੂੰਹ ਦਿਖਾਈ ਦਿੰਦੀਆਂ ਹਨ ਤੇ ਰਸਮੀ ਤੌਰ ਤੇ ਰਸਮ ਪੂਰੀ ਹੋ ਜਾਂਦੀ ਹੈ। ਸਾਰੀਆਂ ਔਰਤਾਂ ਆਪਣੇ ਆਪਣੇ ਘਰਾਂ ਨੂੰ ਚਲੀਆਂ ਗਈਆਂ। ਹੁਣ ਪ੍ਰੀਤੋ ਸੋਨੀਆ ਨੂੰ ਫੜ ਕੇ ਆਪਣੇ ਕਮਰੇ ਵਿੱਚ ਲੈ ਜਾਂਦੀ ਹੈ ਤੇ ਕਹਿੰਦੀ ਹੈ ਕਿ ਸਾਰੇ ਗਹਿਣੇ ਤੇ ਪੈਸੇ ਇੱਥੇ ਰੱਖ ਤੇ ਆਪਣੇ ਕਮਰੇ ਵਿੱਚ ਚੱਲਦੀ ਬਣ। ਸੋਨੀਆ ਚੁੱਪਚਾਪ ਸਭ ਕੁਝ ਉੱਥੇ ਰੱਖ ਦਿੰਦੀ ਹੈ। ਰਾਤ ਦੇ ਪੌਣੇ 11 ਵੱਜ ਚੁੱਕੇ ਸਨ, ਪਰ ਸਮੀਰ ਅਜੇ ਘਰ ਨਹੀਂ ਪਰਤਿਆ। ਸੋਨੀਆ ਉਸ ਦਾ ਇੰਤਜ਼ਾਰ ਕਰ ਰਹੀ ਸੀ। ਸੋਨੀਆ ਨੂੰ ਯਕੀਨ ਸੀ ਕਿ ਸਮੀਰ ਦੇ ਦਿਲ ਦੇ ਕਿਸੇ ਕੋਨੇ ਵਿੱਚ ਉਸ ਲਈ ਭਾਵਨਾ ਜ਼ਰੂਰ ਪੈਦਾ ਹੋਵੇਗੀ, ਪਰ ਸਮੀਰ ਕਦੇ ਘਰ ਹੀ ਨਹੀਂ ਆਉਂਦਾ। ਸਵੇਰ ਹੋ ਚੁੱਕੀ ਸੀ ਤੇ ਸੋਨੀਆ ਰਾਤ ਨੂੰ ਜਾਗਦੀ ਰਹਿਣ ਕਾਰਨ ਦਿਨ ਵੇਲੇ ਉੱਠ ਨਹੀਂ ਸਕੀ ਸੀ। ਇਸ ਦੌਰਾਨ ਪ੍ਰੀਤੋ ਦਾ ਗੁੱਸਾ ਸਿਖਰ ਤੇ ਸੀ। ਡੈਣ ਆਪਣੇ ਪਿਤਾ ਦਾ ਘਰ ਸਮਝ ਕੇ ਅਜੇ ਤੱਕ ਸੌਂ ਰਹੀ ਹੈ, ਪਰ ਮੈਂ ਇਹ ਸਭ ਨਹੀਂ ਹੋਣ ਦਿਆਂਗੀ। ਪ੍ਰੀਤੋ ਸੋਨੀਆ ਦੇ ਕਮਰੇ ਵਿੱਚ ਆ ਗਈ ਤੇ ਪਾਣੀ ਦੀ ਭਰੀ ਬਾਲਟੀ ਸੋਨੀਆ ਦੇ ਉੱਤੇ ਪਾ ਦਿੱਤੀ ਤਾਂ ਸੋਨੀਆ ਇੱਕਦਮ ਉੱਠੀ ਤੇ ਘਬਰਾਹਟ ਵਿੱਚ ਵੇਖਣ ਲੱਗੀ। ਕਲਮੋਹੀ, ਤੇਰੇ ਘਰ ਦੇ ਲੋਕ 10 ਵਜੇ ਉੱਠਦੇ ਹਨ, ਜਿਹੜਾ ਤੂੰ ਇੱਥੇ ਵੀ ਹਜੇ ਪਈ ਹੋਈ ਹੈ। ਸੋਨੀਆ ਕੁਝ ਨਾ ਬੋਲੀ ਤੇ ਚੁੱਪਚਾਪ ਕਮਰੇ ਤੋਂ ਬਾਹਰ ਆ ਗਈ। ਉਸ ਦੀ ਸੱਸ ਅਜੇ ਵੀ ਬੁੜਬੁੜਾ ਰਹੀ ਸੀ। ਸੋਨੀਆ ਜਲਦੀ ਨਹਾ ਕੇ ਰਸੋਈ ਵਿੱਚ ਚਲੀ ਜਾਂਦੀ ਹੈ। ਉਦੋਂ ਹੀ ਦਰਸ਼ਨ ਘਰ ਆਉਂਦਾ ਹੈ ਤੇ ਕਹਿੰਦਾ, ਅਸੀਂ ਸਮੀਰ ਤੇ ਸੋਨੀਆ ਨੂੰ ਕੁਲ ਦੇਵੀ ਦੇ ਦਰਸ਼ਨਾਂ ਲਈ ਲੈ ਕੇ ਜਾਣਾ ਹੈ। ਕੱਲ ਚਤੁਰਦਸ਼ੀ ਹੈ, ਇਸ ਲਈ ਮੈਂ ਟਿਕਟਾਂ ਬੁੱਕ ਕਰਵਾ ਲਈਆਂ ਹਨ। ਸਮੀਰ ਵੀ ਘਰ ਆ ਜਾਂਦਾ ਹੈ ਤੇ ਆਪਣੇ ਪਿਤਾ ਨੂੰ ਕਹਿੰਦਾ ਹੈ ਕਿ ਉਹ ਕੁਲ ਦੇਵੀ ਦੇ ਦਰਸ਼ਨਾਂ ਲਈ ਜਾਣ ਨੂੰ ਤਿਆਰ ਹੈ। ਪ੍ਰੀਤੋ ਹੈਰਾਨ ਹੋ ਜਾਂਦੀ ਹੈ, ਪਰ ਸੋਨੀਆ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਹੈ। ਸ਼ਾਇਦ ਸੋਨੀਆ ਨੂੰ ਲੱਗਦਾ ਸੀ ਕਿ ਸਮੀਰ ਨਾਲ ਉਸਦੇ ਰਿਸ਼ਤੇ ਵਿੱਚ ਤਬਦੀਲੀ ਸ਼ੁਰੂ ਹੋ ਗਈ ਹੈ, ਪਰ ਸੋਨੀਆ ਇਹ ਸਮਝਣ 'ਚ ਅਸਮਰੱਥ ਸੀ ਕਿ ਇਹ ਅਚਾਨਕ ਆਈ ਤਬਦੀਲੀ ਦਾ ਕਾਰਨ ਕੀ ਹੋ ਸਕਦਾ ਹੈ। ਸਮੀਰ ਨੇ ਸੋਨੀਆ ਨੂੰ ਕੱਲ ਲਈ ਪੈਕਿੰਗ ਕਰਨ ਲਈ ਕਿਹਾ, ਕਿਉਂਕਿ ਉਹਨਾਂ ਨੇ ਕੱਲ ਸਵੇਰੇ ਹੀ ਜਾਣਾ ਸੀ। ਸੋਨੀਆ ਕਮਰੇ ਵਿੱਚ ਜਾ ਕੇ ਪੈਕਿੰਗ ਸ਼ੁਰੂ ਕਰ ਦਿੰਦੀ ਹੈ। ਅਗਲੇ ਦਿਨ ਸਮੀਰ ਤੇ ਸੋਨੀਆ ਸਵੇਰੇ ਤੜਕੇ ਨਿਕਲਣ ਲਈ ਤਿਆਰ ਸਨ। ਕਾਰ ਵੀ ਉਹਨਾਂ ਨੂੰ ਰੇਲਵੇ ਸਟੇਸ਼ਨ ਤੱਕ ਛੱਡਣ ਲਈ ਪਹੁੰਚ ਗਈ ਸੀ। ਦਰਸ਼ਨ ਨੇ ਸੋਨੀਆ ਨੂੰ ਆਸ਼ੀਰਵਾਦ ਦਿੱਤਾ ਤੇ ਸਮੀਰ ਨੂੰ ਜਾਣ ਦੀ ਆਗਿਆ ਦਿੱਤੀ। ਸਮੀਰ ਤੇ ਸੋਨੀਆ ਗੱਡੀ ਵਿੱਚ ਸਵਾਰ ਹੋ ਕੇ ਕੁਲ ਦੇਵੀ ਦੇ ਦਰਸ਼ਨਾਂ ਲਈ ਨਿਕਲ ਗਏ। ਸੋਨੀਆ ਤੇ ਸਮੀਰ ਕੁਲ ਦੇਵੀ ਦੇ ਦਰਸ਼ਨ ਕਰਨ ਲਈ ਮੰਦਿਰ ਪਹੁੰਚ ਜਾਂਦੇ ਹਨ। ਇਹ ਸਥਾਨ ਰੁੱਖਾਂ ਨਾਲ ਢੱਕਿਆ ਹੋਇਆ ਇੱਕ ਪਹਾੜੀ ਇਲਾਕਾ ਸੀ। ਰਾਹ ਵੀ ਸੁੰਨਸਾਨ ਸਨ। ਸੋਨੀਆ ਨੂੰ ਇੱਥੇ ਡਰ ਲੱਗਣ ਲੱਗਾ ਸੀ। ਫਿਰ ਸਮੀਰ ਨੇ ਕਿਹਾ ਕਿ ਇਹ ਸਾਹਮਣੇ ਜੋ ਪਹਾੜੀ ਹੈ, ਇਸ ਨੂੰ ਪਾਰ ਕਰਨ ਤੋਂ ਬਾਅਦ ਕੁਲ ਦੇਵੀ ਦਾ ਮੰਦਿਰ ਹੈ। ਸ਼ਾਮ ਹੋਣ ਵਾਲੀ ਸੀ ਤੇ ਰਾਹ ਵੀ ਪਥਰੀਲਾ ਸੀ। ਸੋਨੀਆ ਨੂੰ ਇਹ ਚਿੰਤਾ ਸਤਾਉਣ ਲੱਗੀ ਕਿ ਉਹ ਰਾਤ ਇੱਥੇ ਕਿਵੇਂ ਰਹਿਣਗੇ। ਉਸ ਦੇ ਮਨ ਵਿੱਚ ਉਲਝਣ ਸੀ। ਇਸ ਲਈ ਉਸਨੇ ਝਿਜਕਦਿਆਂ ਹੋਇਆ ਪੁੱਛਿਆ, ਸਮੀਰ ਜੀ, ਇੱਥੇ ਦੂਰ ਦੂਰ ਤੱਕ ਕੋਈ ਮਨੁੱਖ ਦਿਖਾਈ ਨਹੀਂ ਦਿੰਦਾ, ਅਸੀਂ ਰਾਤ ਕਿੱਥੇ ਰੁਕਾਂਗੇ? ਸਮੀਰ ਨੇ ਸੋਨੀਆ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਚੁੱਪਚਾਪ ਅੱਗੇ ਵਧ ਗਿਆ। ਸੋਨੀਆ ਬਹੁਤ ਥੱਕ ਚੁੱਕੀ ਸੀ, ਪਰ ਚਾਹ ਕੇ ਵੀ ਸਮੀਰ ਨੂੰ ਆਰਾਮ ਕਰਨ ਲਈ ਨਹੀਂ ਕਹਿ ਸਕਦੀ ਸੀ। ਸਾਨੂੰ ਇਹ ਪਹਾੜੀ ਪਾਰ ਕਰਨੀ ਪਵੇਗੀ, ਸਮੀਰ ਨੇ ਸੋਨੀਆ ਨੂੰ ਕਿਹਾ। ਪਹਾੜੀ ਨੂੰ ਦੇਖ ਕੇ ਸੋਨੀਆ ਦੇ ਹੋਸ਼ ਉੱਡ ਗਏ। ਉਹ ਪਹਿਲਾਂ ਹੀ ਥੱਕ ਚੁੱਕੀ ਸੀ। ਫਿਰ ਸਮੀਰ ਨੇ ਕਿਹਾ, ਜੇ ਤੁਸੀਂ ਮੇਰੇ ਨਾਲ ਆਉਣਾ ਚਾਹੁੰਦੇ ਹੋ ਤਾਂ ਤੁਸੀਂ ਆ ਸਕਦੇ ਹੋ, ਨਹੀਂ ਤਾਂ ਇੱਥੇ ਬੈਠ ਕੇ ਮੇਰਾ ਇੰਤਜ਼ਾਰ ਕਰ ਲਵੋ, ਮੈਂ ਦਰਸ਼ਨ ਕਰਕੇ ਆ ਜਾਵਾਂਗਾ। ਸੋਨੀਆ ਦੇ ਸਾਹਮਣੇ ਵੱਡੀ ਚੁਣੌਤੀ ਸੀ। ਜੇ ਉਹ ਉੱਪਰ ਜਾਣਾ ਚਾਹੁੰਦੀ ਸੀ ਤਾਂ ਉਸ ਕੋਲ ਬਹੁਤੀ ਤਾਕਤ ਨਹੀਂ ਬਚੀ ਸੀ, ਤੇ ਜੇ ਉਹ ਇੱਥੇ ਉਡੀਕ ਕਰਦੀ ਹੈ ਤਾਂ ਰਾਤ ਹੋਣ ਵਾਲੀ ਸੀ ਤੇ ਉਹ ਇੱਥੇ ਇਕੱਲੀ ਸੀ। ਸੋਨੀਆ ਨੂੰ ਕੋਈ ਰਾਹ ਨਹੀਂ ਦਿਸ ਰਿਹਾ ਸੀ। ਸ਼ਾਮ ਦੇ 7 ਵੱਜ ਚੁੱਕੇ ਸਨ। ਸਾਨੂੰ 9 ਵਜੇ ਤੋਂ ਪਹਿਲਾਂ ਪਹੁੰਚ ਕੇ ਪੂਜਾ ਕਰਨੀ ਪਵੇਗੀ, ਸਮੀਰ ਨੇ ਬੇਝਿਜਕ ਹੋ ਕੇ ਕਿਹਾ। ਸਮੀਰ ਹੁਣ ਪਹਾੜ ਦੀ ਚੋਟੀ ਵੱਲ ਵਧਣ ਲੱਗਾ ਤਾਂ ਸੋਨੀਆ ਵੀ ਤੇਜ਼ੀ ਨਾਲ
ਉਸ ਦੇ ਪਿੱਛੇ ਪਿੱਛੇ ਤੁਰ ਪਈ। ਹੁਣ ਸਮੀਰ ਨੇ ਸੋਨੀਆ ਨੂੰ ਗੱਲਬਾਤ ਜਾਰੀ ਰੱਖਣ ਲਈ ਕਿਹਾ ਤਾਂ ਕਿ ਯਾਤਰਾ ਜਲਦੀ ਪੂਰੀ ਕੀਤੀ ਜਾ ਸਕੇ। ਸੋਨੀਆ ਕੁਝ ਨਾ ਕੁਝ ਕਹਿ ਰਹੀ ਸੀ ਤੇ ਸਮੀਰ ਸਿਰਫ ਹਾਂ ਵਿੱਚ ਜਵਾਬ ਦੇ ਰਿਹਾ ਸੀ। ਤੁਰਦੇ ਤੁਰਦੇ ਉਹ ਪਹਾੜ ਦੀ ਚੋਟੀ ਦੇ ਨੇੜੇ ਪਹੁੰਚ ਗਏ, ਜਿੱਥੋਂ ਹਨੇਰੇ ਵਿੱਚ ਇੱਕ ਚਿੱਟਾ ਮੰਦਰ ਦਿਖਾਈ ਦੇ ਰਿਹਾ ਸੀ। ਸੋਨੀਆ ਨੇ ਸਮੀਰ ਨੂੰ ਪੁੱਛਿਆ ਕਿ ਕੀ ਇਹ ਉਹੀ ਮੰਦਰ ਹੈ, ਪਰ ਸਮੀਰ ਦੀ ਆਵਾਜ਼ ਨਹੀਂ ਆਈ। ਉਸਨੇ ਦੇਖਿਆ ਕਿ ਸਮੀਰ ਉੱਥੇ ਨਹੀਂ ਸੀ। ਸੋਨੀਆ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਸਮੀਰ ਤੁਰਦੇ ਤੁਰਦੇ ਉਸ ਦੀਆਂ ਨਜ਼ਰਾਂ ਤੋਂ ਗਾਇਬ ਹੋ ਗਿਆ ਸੀ। ਹੁਣ ਸੋਨੀਆ ਬਹੁਤ ਡਰੀ ਹੋਈ ਸੀ ਤੇ ਨਾ ਤਾਂ ਉਸ ਨੂੰ ਅੱਗੇ ਦੇ ਰਾਹ ਦਾ ਪੂਰਾ ਪਤਾ ਸੀ ਤੇ ਨਾ ਹੀ ਉਹ ਵਾਪਸ ਜਾ ਸਕਦੀ ਸੀ, ਕਿਉਂਕਿ ਪੇਂਡੂ ਬਸਤੀਆਂ ਪਹਾੜੀ ਤੋਂ ਬਹੁਤ ਦੂਰ ਸਨ ਤੇ ਮੱਧਮ ਰੋਸ਼ਨੀ ਨਾਲ ਦਿਖਾਈ ਦੇ ਰਹੀਆਂ ਸੀ। ਸੋਨੀਆ ਨੇ ਸਮੀਰ ਨੂੰ ਆਵਾਜ਼ ਮਾਰੀ, ਸਮੀਰ ਸਮੀਰ ਤੁਸੀਂ ਕਿੱਥੇ ਹੋ? ਪਰ ਕੋਈ ਜਵਾਬ ਨਹੀਂ ਮਿਲਿਆ। ਸੋਨੀਆ ਬਹੁਤ ਘਬਰਾ ਗਈ ਤੇ ਉੱਥੇ ਹੀ ਬੈਠ ਗਈ। ਰਾਤ ਹੋ ਚੁੱਕੀ ਸੀ ਤੇ ਹੁਣ ਜੰਗਲਾਂ ਵਿੱਚੋਂ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਸਨ। ਸੋਨੀਆ ਚੁੱਪਚਾਪ ਇੱਕ ਦਰਖਤ ਹੇਠਾਂ ਬੈਠੀ ਤੇ ਹੌਲੀ-ਹੌਲੀ ਸਮੀਰ ਨੂੰ ਆਵਾਜ਼ ਮਾਰ ਰਹੀ ਸੀ। ਉੱਥੇ ਹੀ ਸਮੀਰ ਤੇ ਸੋਨੀਆ ਨੂੰ ਜੰਗਲ ਵਿੱਚ ਛੱਡ ਦਿੱਤਾ ਤੇ ਚੁੱਪਚਾਪ ਹੇਠਾਂ ਤੁਰ ਪਿਆ। ਹਨੇਰਾ ਬਹੁਤ ਸੀ ਤੇ ਉਸਨੇ ਆਪਣੇ ਮੋਬਾਈਲ ਦੀ ਫਲੈਸ਼ ਆਨ ਕੀਤੀ ਤੇ ਤੇਜ਼ੀ ਨਾਲ ਚੱਲ ਰਿਹਾ ਸੀ ਤੇ ਫਿਰ ਅਚਾਨਕ ਸਮੀਰ ਦਾ ਪੈਰ ਤਿਲਕ ਗਿਆ ਤੇ ਉਹ ਜ਼ੋਰ ਨਾਲ ਡਿੱਗ ਪਿਆ। ਉਸਨੇ ਚੀਕ ਮਾਰੀ ਤਾਂ ਸੋਨੀਆ ਨੂੰ ਉਸਦੀ ਚੀਕ ਸੁਣਾਈ ਦਿੱਤੀ। ਉਸਨੇ ਫਟਾਫਟ ਸਮੀਰ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਬਾਕੀ ਅਗਲੇ ਭਾਗ ਵਿੱਚ ਦੇਖਾਂਗੇ ਕਿ ਹੁਣ ਸੋਨੀਆ ਕੀ ਕਰੇਗੀ। ਦੋਸਤੋ, ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ। ਧੰਨਵਾਦ ਜੀ ਸਾਰਿਆਂ ਦਾ।